ਸਾਲਾਂ ਦੇ ਵਿੱਚ ਪਹਿਲੀ ਵਾਰ ਇਹ ਪ੍ਰਾਪਤੀ ਹੋਈ ਹੈ। ਜਾਦਵ ਵਰਗੇ, ਨਿਖਿਲ ਗੁਪਤੇ ਵਰਗੇ ਇੱਥੇ ਤੱਕਰਾਂ ਦੇ ਉਹਨਾਂ ਦੇ ਹੋਮ ਮਿਨਿਸਟਰ ਨੂੰ ਲਿਆ ਕੇ ਘੜੀਸ ਕੇ ਸਿੱਟ ਦਿੱਤਾ। ਇਹ ਤਾਂ ਹੋਇਆ ਮੇਰੇ ਵੀਰ ਹਰਦੀਪ ਸਿੰਘ ਨਿੱਜਰ ਦੇ ਡੁੱਲੇ ਲਹੂ ਦੇ ਨਾਲ। ਸਿੱਖ ਕੌਮ ਨੂੰ ਵਾਕਫਾ ਦੇਣੀ ਚਾਹੁੰਦਾ ਕਿ ਅੱਜ ਤੁਸੀਂ ਇੰਡੀਅਨ ਗਵਰਨਮੈਂਟ ਨੂੰ ਉਸ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ ਜਿਸ ਵੇਲੇ ਟੇਬਲ ਟਾਕ ਦੇ ਲਈ ਗਵਰਨਮੈਂਟ ਨੂੰ ਮਜਬੂਰ ਕਰਤਾ, ਗੋਡਿਆਂ ਭਾਰ ਕਰਤਾ। ਕੱਲ ਨੂੰ ਤੁਹਾਡੇ ਨਾਲ ਬੈਠ ਕੇ ਟੇਬਲ ਟਾਕ ਕਰਨ ਨੂੰ ਕਿਹਾ। ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਗੱਲਾਂ ਅੱਜ ਚੱਲ ਰਹੀਆਂ ਨੇ, ਟ੍ਰਾਂਸਨੈਸ਼ਨਲ ਰਿਪਰੈਸ਼ਨ ਕਿਹਨਾਂ ਨੂੰ ਹੈ? ਮਹਿੰਦਰ ਸਿੰਘ ਵਰਗਿਆਂ ਨੂੰ, ਅਵਤਾਰ ਸਿੰਘ ਪੰਨੂ ਵਰਗਿਆਂ ਨੂੰ ਕਿਹਨਾਂ ਨੂੰ ਮਾਰਿਆ ਜਾਣਾ, ਕਿਹਨਾਂ ਨੂੰ ਟਾਰਗੇਟ ਬਣਾਇਆ ਜਾਣਾ। ਇਹ ਸੰਗਤ ਨੂੰ ਭਲੀ ਭਾਂਤੀ ਜਾਣ ਹੋਣਾ ਚਾਹੀਦਾ। ਜਿਹੜੇ 5-5 ਮਹੀਨੇ ਕੈਨੇਡਾ, ਜਿੱਥੇ ਦਿਨ ਦੇ 12 ਵਜੇ ਨਹੀਂ ਪਤਾ ਲੱਗਦਾ ਕਿਹੜੇ ਵੇਲੇ $500 ਨੂੰ ਆ ਕੇ ਕੋਈ ਗੋਲੀ ਮਾਰ ਦਿੰਦਾ, ਉਹਨਾਂ ਯੋਧਿਆਂ ਨੇ ਕੰਮ ਕੀਤਾ। ਬਾਈਕਾਟ ਕਰੋ ਇੰਡੀਆ ਦੇ ਹਰ ਇੱਕ ਬਣੇ ਉਸ ਪ੍ਰੋਡਕਟ ਦਾ, ਬਾਈਕਾਟ ਕਰੋ 에ਅਰ ਇੰਡੀਆ ਦਾ। ਅੱਜ ਵੀ ਸਾਡੀਆਂ ਅੱਖਾਂ ਤੇ ਭੁਲੇਖਾ ਆ ਤੇ ਅਸੀਂ ਬੜੇ ਗਲਤ ਭੁਲੇਖੇ 'ਚ, ਬੜੀ ਗਲਤ ਫਹਿਮੀ ਦੇ ਵਿੱਚ ਬੈਠੇ ਹਾਂ। ਉਹ ਦਿਨ ਦੂਰ ਨਹੀਂ ਕਿ ਜਿਹੜੀ ਆਜ਼ਾਦੀ ਤੁਹਾਡਾ ਇੱਕ ਆਪਣਾ ਦੇਸ਼ ਹੋਵੇਗਾ, ਤੁਸੀਂ ਇੱਕ ਆਜ਼ਾਦ ਮੁਲਕ ਦੇ ਵਿੱਚੋਂ ਸਾਰੀ ਦੁਨੀਆ ਦੇ ਵਿੱਚ ਉੱਭਰੋਗੇ ਤੇ ਉਹ ਮੁਲਕ ਹੋਵੇਗਾ ਜਿੱਥੇ ਤੁਸੀਂ ਉਸ ਕੌਮ ਨੂੰ ਜਿਹੜੇ ਟਕੇ ਦੇ ਸਾਨੂੰ ਉਹਦੀ ਟੱਚਰਾਂ ਕਰਦੇ ਨੇ ਡੰਡੇ ਨਾਲ ਕੰਮ ਕਰਾਇਆ ਕਰੋਗੇ। ਅੱਜ ਜੂਬਾ ਸਿਟੀ ਦੇ ਵਿੱਚ 45ਵਾਂ ਗੁਰਤਾ ਗੱਦੀ ਦਿਵਸ ਜਿਹੜਾ ਮਨਾਇਆ ਜਾ ਰਿਹਾ ਹੈ, ਖਾਸ ਕਰਕੇ ਜੂਬਾ ਸਿਟੀ ਨਿਵਾਸੀਆਂ ਨੂੰ ਤੇ ਸਮੂਹ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ, ਸਿੱਖ ਫੋਰ ਜਸਟਿਸ ਵੱਲੋਂ ਦਾਸ ਸਭ ਨੂੰ ਲੱਖ ਲੱਖ ਵਧਾਈਆਂ ਦਿੰਦਾ ਹੈ। ਜਿੱਥੇ ਅਸੀਂ 45ਵਾਂ ਗੁਰਤਾ ਗੱਦੀ ਦਿਵਸ ਮਨਾ ਰਹੇ ਹਾਂ, ਉਹਦੇ ਨਾਲ ਹੀ 40 ਵਰ੍ਹੇ ਹੋ ਗਏ ਨੇ ਜਿਹੜੀ ਸਿੱਖ ਨਸਲ ਕੁਸ਼ੀ, ਵਰਤਮਾਨ ਸਿੱਖ ਨਸਲ ਕੁਸ਼ੀ ਜੇ ਮੈਂ ਕਹਿ ਲਵਾਂ ਜਿਹੜੀ ਚੱਲੀ ਸੀ, ਵਾਪਰੀ ਸੀ। ਬਾਈ ਦੀ ਵਿੱਚ ਜਿਹੜੀ ਨਸਲ ਕੁਸ਼ੀ ਆ ਉਹ 47 ਤੋਂ ਚੱਲੀ ਸੀ। ਉਸ ਵੇਲੇ ਵੀ ਸਿੱਖ ਮਾਰਿਆ ਗਿਆ ਤੇ ਅੱਜ ਜਿਹੜੇ ਮੇਰੇ ਬੱਚੇ ਗਲੀਆਂ ਤੇ ਰੋੜ ਰਹੇ ਨੇ, ਸੈਕਰਾਮੈਂਟੋ ਦੇ ਘਰਾਂ ਦੇ ਵਿੱਚ, ਇੱਕ ਘਰ ਦੇ ਵਿੱਚ, ਇੱਕ ਅਪਾਰਟਮੈਂਟ ਦੇ ਵਿੱਚ 15 ਜਿਹੜੇ ਮੇਰੇ ਬੱਚੇ ਰਹਿ ਰਹੇ ਨੇ। ਨਸਲ ਕੁਸ਼ੀ ਦਾ ਤਰੀਕਾ ਬਦਲਿਆ ਪਰ ਨਸਲ ਕੁਸ਼ੀ ਨਿਰੰਤਰ ਜਾਰੀ ਹੈ। ਮੈਂ ਸਿਰਫ ਨਾ ਮਾਤਰ ਇਸ਼ਾਰਾ ਹੀ ਕਰਨਾ ਕਿਉਂਕਿ ਤੁਸੀਂ ਸਾਰੇ ਵੀਰਾਂ ਨੇ ਜਿਹੜੀ ਵੀ ਗੱਲਬਾਤ ਕੀਤੀ ਹੈ ਉਹ ਸਿੱਖ ਨਸਲ ਕੁਸ਼ੀ ਤੇ ਕੀਤੀ ਹੈ। ਕੋਈ ਇਹੋ ਜਿਹਾ ਕੋਈ ਏਰੀਆ ਰਹਿ ਨਹੀਂ ਕਿ ਜਿਹੜਾ ਕਵਰ ਨਾ ਕੀਤਾ ਹੋਵੇ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਅਸੀਂ ਗੱਲਾਂ ਬਹੁਤ ਵਾਰ ਸੁਣੀਆਂ ਨੇ ਪਰ ਇਹ ਤੁਕ ਉੱਥੇ ਹੀ ਬੰਦ ਹੋ ਜਾਂਦੀ ਹੈ। ਅਸੀਂ ਆਪਣੇ ਬੱਚਿਆਂ ਨੂੰ ਦੱਸਣ ਦੇ ਵਿੱਚ ਸਮਰੱਥ ਨਹੀਂ ਹੋ ਸਕੇ ਕਿ ਜੰਗ ਹਿੰਦ ਪੰਜਾਬ ਦਾ ਕੀ ਮਤਲਬ ਹੈ। ਉਹ ਆਪਣੇ ਪੇ ਨੂੰ ਪੁੱਛਦੇ ਕਿ ਪਿਤਾ ਜੀ ਪੰਜਾਬ ਤੇ ਹਿੰਦ ਦੇ ਵਿੱਚ ਹੀ ਹੈ, ਉਹ ਦੱਸਣ ਦੇ ਵਿੱਚ ਅਸੀਂ ਸਮਰੱਥ ਨਹੀਂ ਰਹੇ। ਪਰ ਜੇ ਨਸਲ ਕੁਸ਼ੀ ਨਾਲ ਦੀ ਨਾਲ ਚੱਲੀ ਹੈ, ਸਿੱਖ ਕੌਮ 1.25 ਲੱਖ ਦੇ ਨਾਲ ਇੱਕ ਲੜਾਉਣ ਦਾ ਜਿਹੜਾ ਸੰਕਲਪ ਸੀ, ਜਿਹੜਾ ਬੋਤਾ ਸਿੰਘ ਤੇ ਗਰਜਾ ਸਿੰਘ ਵਾਲਾ ਸੰਕਲਪ ਸੀ, ਅੱਜ ਤੁਸੀਂ ਏਦਾਂ ਦਾ ਮੂੰਹ ਭੰਨਵਾਂ ਜਵਾਬ ਦਿੱਤਾ ਉਹਨਾਂ ਨਸਲ ਕੁਸ਼ੀਆਂ ਦਾ, ਸਿੱਖ ਕੌਮ ਤੋਂ ਹੋਏ ਧੱਕੇ ਦਾ। ਅੱਜ ਸਾਧ ਸੰਗਤ ਨੇ ਰਲ ਕੇ, ਮੈਂ ਇੱਥੇ ਕਿਸੇ ਜਥੇਬੰਦੀ ਦਾ ਨਾਂ ਨਹੀਂ ਲਵਾਂਗਾ ਕਿਉਂਕਿ ਅਸੀਂ ਆਪਣੀ ਜਥੇਬੰਦੀ ਨੂੰ ਸਾਧ ਸੰਗਤ ਦੀ ਜਥੇਬੰਦੀ ਕਹਿੰਦੇ ਹਾਂ। ਇੱਕੋ ਇੱਕ ਜਥੇਬੰਦੀ ਜਿਹਦੇ ਵਿੱਚ ਪ੍ਰਧਾਨਗੀ ਜਾਂ ਸੈਕਟਰੀ ਜਾਂ ਖਜ਼ਾਨਚੀ ਦੀ ਚੋਣ ਨਹੀਂ ਹੁੰਦੀ। ਉਹਨਾਂ ਨੇ ਸਿੱਖ ਕੌਮ ਦੇ ਨਾਲ ਰਲ ਕੇ ਉਸ ਹਿੰਦੁਸਤਾਨੀ ਹਕੂਮਤ ਨੂੰ ਜਿਹੜੇ ਕਹਿੰਦੇ ਸੀ ਕਿ ਸਿਰਫ ਹਿੰਦੀ ਤੇ ਹਿੰਦੂ ਇੱਥੇ ਰਹੂਗਾ, ਉਹ ਇਹੋ ਜਿਹਾ ਮੂੰਹ ਤੋੜਵਾਂ ਜਵਾਬ ਦਿੱਤਾ। ਦਾਸ ਪਿਛਲੇ 3 ਦਹਾਕਿਆਂ ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ। ਸਾਡੇ ਚੁਣ ਕੇ ਉਹ ਯੋਧੇ, ਬੜੇ ਪਿੰਡੀਏ ਮੇਰੇ ਵੀਰ ਵਰਗੇ ਯੋਧੇ, ਕੁਲਵੀਰ ਸਿੰਘ ਬੜੇ ਪਿੰਡੀਏ ਵਰਗੇ ਯੋਧੇ ਇੱਥੋਂ ਜਿਹੜੀ ਇੰਡੀਅਨ ਗਵਰਨਮੈਂਟ ਸੀ ਉਹ ਖਿੱਚ ਕੇ ਲੈ ਗਈ ਤੇ ਦੁਨੀਆ ਦੇ ਵਿੱਚ ਪਹਿਲੀ ਵਾਰ ਇਹ ਹੋ ਰਿਹਾ ਕਿ ਇੰਡੀਆ ਤੋਂ ਖਿੱਚ ਕੇ ਉਹਦੇ ਭਈਏ ਨੇ ਉਹਨਾਂ ਦੇ ਗਾਲਾਂ ਦੇ ਵਿੱਚ ਪਰਨੇ ਪਾ ਕੇ ਲਿਆ ਕੇ ਕੈਨੇਡਾ ਤੇ ਅਮਰੀਕਾ ਸਿੱਟਣ ਦੀਆਂ ਤਿਆਰੀਆਂ। ਇਹ ਪ੍ਰਾਪਤੀ ਹੈ ਸਿੱਖ ਫੋਰ ਜਸਟਿਸ ਦੀ, ਇਹ ਪ੍ਰਾਪਤੀ ਹੈ ਸਾਡੇ ਉਸ ਯੋਧੇ ਦੇ ਡੁੱਲੇ ਹੋਏ ਲਹੂ ਦੀ। ਪਰ ਮੈਂ ਫੇਰ ਦੁਬਾਰਾ ਕਹਿਣਾ ਕਿਉਂਕਿ ਸਾਨੂੰ ਪ੍ਰਨਾਮ ਸਿੱਖ ਫੋਰ ਜਸਟਿਸ ਕਰਨਾ ਪੈਂਦਾ। ਇਹ ਪ੍ਰਾਪਤੀ ਹੈ ਸਿੱਖ ਕੌਮ ਦੀ। ਇਹ ਉਹੀ ਸਿੱਖ ਫੋਰ ਜਸਟਿਸ ਹੈ ਜਿਹਦੇ ਬੈਨਰ ਲਾਉਣ ਦੇ ਨਾਲ ਕੰਧਾਂ ਉੱਤੋਂ ਪੇਂਟ ਰਹਿ ਜਾਇਆ ਕਰਦਾ ਸੀ। ਹਾਲੇ ਵੀ ਕੁਝ ਸੰਸਥਾਵਾਂ ਜਿਨ੍ਹਾਂ ਨੇ ਪੂਰਨ ਤੌਰ ਤੇ ਬਾਈਕਾਟ ਕੀਤਾ ਸਿੱਖ ਫੋਰ ਜਸਟਿਸ ਦਾ, ਪਰ ਅੱਜ ਸੰਗਤ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਪਰੇ ਹਟ ਜਾਓ, ਬਾਹਰ ਸਟਾਲ ਲੱਗਾ, ਉਹ ਸਟਾਲ ਦੇ ਉੱਤੇ ਜਿਹੜੀ ਸਕਰੀਨ ਅਸੀਂ ਰਾਤੀ ਲਾਈ ਸੀ ਉਹ ਹਨੇਰੀ ਨਾਲ ਡਿੱਗ ਪਈ ਹੈ। ਸਿਰਫ ਜਿਹੜੀ ਪੰਜਾਬ ਦੀ ਨੌਜਵਾਨੀ ਉਹਨੂੰ ਇਹ ਪਤਾ ਕਿ ਸਿੱਖ ਫੋਰ ਜਸਟਿਸ ਦਾ ਸਟਾਲ ਹੈ ਤੇ ਉੱਥੇ ਲਾਈਨਾਂ ਦੇ ਵਿੱਚ ਲੱਗ ਕੇ ਬੱਚੇ ਅੱਜ ਫੋਟੋਆਂ ਖਿਚਾਉਣ ਆ ਰਹੇ। ਜਿਹੜਾ ਝੰਡਾ ਕਿਸੇ ਵੇਲੇ ਧੱਕੇ ਨਾਲ ਫੜਾਉਣਾ ਪੈਂਦਾ ਸੀ, ਅੱਜ ਉਹ ਨੌਜਵਾਨੀ ਸਾਨੂੰ ਝੰਡੇ ਮੰਗਦੀ ਹੈ ਕਿ ਵੀਰ ਜੀ ਮੈਨੂੰ ਖਾਲਿਸਤਾਨ ਦਾ ਝੰਡਾ ਦਿਓ। 40 ਸਾਲਾਂ ਦੇ ਵਿੱਚ ਪਹਿਲੀ ਵਾਰ ਇਹ ਪ੍ਰਾਪਤੀ ਹੋਈ ਹੈ। ਜਾਦਵ ਵਰਗੇ, ਨਿਖਿਲ ਗੁਪਤੇ ਵਰਗੇ ਇੱਥੇ ਤੱਕਰਾਂ ਦੇ ਉਹਨਾਂ ਦੇ ਹੋਮ ਮਿਨਿਸਟਰ ਨੂੰ ਲਿਆ ਕੇ ਘੜੀਸ ਕੇ ਸਿੱਟ ਦਿੱਤਾ। ਇਹ ਤਾਂ ਹੋਇਆ ਮੇਰੇ ਵੀਰ ਹਰਦੀਪ ਸਿੰਘ ਨਿੱਜਰ ਦੇ ਡੁੱਲੇ ਲਹੂ ਦੇ ਨਾਲ।
ਉਹ ਸਾਡੇ ਅਭਿਆਸੀ ਯੋਧੇ ਕਰਕੇ, ਉਹ ਸਾਡੇ ਖਾੜਕੂ ਯੋਧੇ ਕਰਕੇ ਅੱਜ ਜਿਹੜੇ ਹੋਮ ਮਿਨਿਸਟਰ ਨੇ ਇੰਡੀਆ ਦੇ, ਉਹਨਾਂ ਟੱਕਰਾਂ ਹੱਥਾਂ ਪੈਰਾਂ ਦੀਆਂ ਪੈ ਗਈਆਂ। ਗੁਰਪਤਵੰਤ ਸਿੰਘ ਪੰਨੂ ਨੂੰ ਉਸ ਨਿਖਲ ਗੁਪਤੇ ਨੇ, ਉਸ ਹਿੰਦੂ ਨੇ ਇੱਕ ਥ੍ਰੈਟ ਕੀਤੀ ਆ, ਮਾਰਨ ਦੀ ਕੋਸ਼ਿਸ਼ ਕੀਤੀ ਆ। ਧੰਨਵਾਦੀ ਆ ਅਮਰੀਕਨ ਗਵਰਨਮੈਂਟ ਦੇ, ਪਰ ਮਿਹਨਤ ਹੈਗੀ ਆ ਗੁਰਪਤਵੰਤ ਸਿੰਘ ਪੰਨੂ ਦੀ, ਜਿਨ੍ਹਾਂ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿ ਅੱਜ ਤੁਹਾਡੇ ਕੱਲੇ ਸਿੱਖ ਦੀ ਰਾਖੀ ਕਰਨ ਦੇ ਲਈ ਇੱਥੇ ਬੈਠੇ। ਜੇ ਕਿਸੇ ਨੇ ਝੂਠੀ ਧਮਕੀ ਪਾਈ ਸੀ, ਉਹ ਸ਼ਰੇਆਮ ਨਹੀਂ ਕਹਿਤਾ ਕਿ ਸਿੱਖੋ ਧਮਕੀ ਝੂਠੀ ਆ, ਪਰ ਤੁਸੀਂ ਇਹ ਕੰਮ ਕਰ ਗਏ ਹੋ, ਤੁਸੀਂ ਆਪਣਾ ਚਿਹਰਾ ਬਣਾ ਗਏ ਹੋ, ਤੁਹਾਡੀ ਹਵਾ ਵੱਲ ਵੀ ਕੋਈ ਤੱਕ ਨਹੀਂ ਸਕਦਾ। ਇਹਦੇ ਪਿੱਛੇ ਤੁਹਾਡੀ 2007 ਦਾ ਮੈਨੂੰ ਚੇਤਾ, ਜਦੋਂ ਅਸੀਂ ਇੱਥੇ ਬਾਹਰ ਖੜ ਕੇ ਪੋਸਟਰ ਵੰਡਦੇ ਸੀ, 2007 ਦੀ ਤੁਹਾਡੀ ਚੱਲੀ ਉਹ ਮੁਹਿੰਮ ਅੱਜ ਗੁਰਪਤਵੰਤ ਸਿੰਘ ਪੰਨੂ ਨੇ ਜਿੱਥੇ ਜਾ ਕੇ ਖੜੀ ਕਰ ਦਿੱਤੀ ਆ। ਇਹ ਸੰਗਤਾਂ ਦੀਆਂ ਅੱਖਾਂ ਤੋਂ ਓਹਲੇ ਨਹੀਂ। ਤੇ ਹੁਣ ਜਿਹੜੀ ਇਹ ਮੁਹਿੰਮ ਹੈ, ਹੁਣ ਆਪਣੇ ਆਪ, ਜਿੱਦਾਂ ਕਹਿੰਦੇ ਕੋਈ ਚੀਜ਼ ਆਟੋ ਤੇ ਲੱਗ ਗਈ, ਆਪਣੇ ਆਪ ਚੱਲ ਰਹੀ। 8 ਮੁਲਕਾਂ ਦੇ ਵਿੱਚ ਵੋਟਾਂ ਪਵਾ ਕੇ ਤੁਹਾਡੇ ਸਾਨ ਫਰਾਂਸਿਸਕੋ ਸਿਟੀ ਦੇ ਵਿੱਚ 2 ਲੱਖ ਬੰਦੇ ਦਾ ਇਕੱਠ ਕਰ ਦਿੱਤਾ। ਇੱਕ ਸਟੇਡੀਅਮ ਹੈ ਇੱਥੇ 49 ਫੁੱਟਬਾਲ ਟੀਮ ਦਾ, ਕਦੇ ਐਡਾ ਵੱਡਾ ਇਵੈਂਟ ਸਾਨ ਫਰਾਂਸਿਸਕੋ ਦੇ ਵਿੱਚ ਹੋਇਆ ਹੀ ਨਹੀਂ। ਸੋ ਕਹਿਣ ਦਾ ਮਤਲਬ ਇਹਦਾ ਆਪਣੇ ਆਪ ਨੂੰ ਅਸੀਂ ਇਹਦਾ ਇਹ ਨਹੀਂ ਦੇ ਰਿਹਾ ਕਿ ਸਾਨੂੰ ਕਹੋ, ਸਾਨੂੰ ਮੁਬਾਰਕਬਾਦ ਦਿਓ। ਮੈਂ ਸਿੱਖ ਕੌਮ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਅੱਜ ਤੁਸੀਂ ਇੰਡੀਅਨ ਗਵਰਨਮੈਂਟ ਨੂੰ ਉਸ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ ਹੈ, ਜਿਸ ਵੇਲੇ ਟੇਬਲ ਟਾਕ ਦੇ ਲਈ ਗਵਰਨਮੈਂਟ ਨੂੰ ਮਜਬੂਰ ਕਰਤਾ, ਗੋਡਿਆਂ ਭਾਰ ਕਰਤਾ। ਕੱਲ ਨੂੰ ਤੁਹਾਡੇ ਨਾਲ ਬੈਠ ਕੇ ਟੇਬਲ ਟਾਕ ਕਰਨ ਨੂੰ ਤਿਆਰ। ਜਿਹੜਾ ਹੁਣ ਖਿਆਲ ਰੱਖਣਾ ਹੈ, ਸਿੱਖ ਕੌਮ ਨੇ ਕੀ ਖਿਆਲ ਰੱਖਣਾ? ਸਿੱਖ ਕੌਮ ਦੇ ਵਿੱਚ ਡੋਗਰਿਆਂ ਦੀ ਹਾਲੇ ਵੀ ਕੋਈ ਘਾਟ ਨਹੀਂ। ਸਿੱਖ ਕੌਮ ਨੇ ਆਪਣੀਆਂ ਬਰੂਦ ਦੀਆਂ ਬੋਰੀਆਂ ਦੇ ਉੱਤੇ ਹੱਥ ਫੇਰੀ ਜਾਣਾ, ਕਿਉਂਕਿ ਸਰੋਂ ਰੱਖਣ ਲੱਗਾ ਡੋਗਰਾ ਮਿੰਟ ਲਾਉਂਦਾ, ਦੇਖੀ ਜਾਣਾ ਕਿ ਸਰੋਂ ਹੈ ਕਿ ਬਰੂਦ ਹੈ। ਇਹ ਤੁਹਾਡਾ ਫਰਜ਼ ਹੈ। ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਗੱਲਾਂ ਅੱਜ ਚੱਲ ਰਹੀਆਂ ਨੇ, ਟ੍ਰਾਂਸਨੈਸ਼ਨਲ ਰਿਪਰੈਸ਼ਨ ਕਿਹਨਾਂ ਨੂੰ ਹੈ? ਮਹਿੰਦਰ ਸਿੰਘ ਵਰਗਿਆਂ ਨੂੰ, ਅਵਤਾਰ ਸਿੰਘ ਪੰਨੂ ਵਰਗਿਆਂ ਨੂੰ। ਕਿਹਨਾਂ ਨੂੰ ਮਾਰਿਆ ਜਾਣਾ, ਕਿਹਨਾਂ ਨੂੰ ਟਾਰਗੇਟ ਬਣਾਇਆ ਜਾਣਾ, ਇਹ ਸੰਗਤ ਨੂੰ ਭਲੀ ਭਾਂਤੀ ਜਾਣੂ ਹੋਣਾ ਚਾਹੀਦਾ। ਜਿਹੜੇ 5-5 ਮਹੀਨੇ ਕੈਨੇਡਾ, ਜਿੱਥੇ ਦਿਨ ਦੇ 12 ਵਜੇ ਨਹੀਂ ਪਤਾ ਲੱਗਦਾ ਕਿਹੜੇ ਵੇਲੇ $500 ਨੂੰ ਆ ਕੇ ਕੋਈ ਗੋਲੀ ਮਾਰ ਦਿੰਦਾ, ਉਹਨਾਂ ਯੋਧਿਆਂ ਨੇ ਕੰਮ ਕੀਤਾ। ਇਹ ਉਹ ਟੀਮ ਹੈ ਜਿਹੜੀ ਪਬਲਿਕਲੀ ਦੁਨੀਆ ਦੇ ਵਿੱਚ ਵਿਚਰ ਕੇ ਰੋਡਾਂ ਉੱਤੇ ਕੰਮ ਕਰਦੀ ਹੈ। ਸਾਡੇ ਵੀਰ ਜਗਜੀਤ ਸਿੰਘ, ਸਾਡਾ ਵੀਰ ਜੱਗਾ, ਤੇ ਉਹ ਸਾਡੇ ਛੋਟੇ ਨੌਜਵਾਨ ਵੀਰ ਨੇ ਜਿਨ੍ਹਾਂ ਨੇ ਦਿਨ ਰਾਤ ਆਪਣੀ ਜਿੰਦ ਦਾ ਲਿਆ ਕੰਮ ਕੀਤਾ। ਟ੍ਰਾਂਸਨੈਸ਼ਨਲ ਆਪਰੇਸ਼ਨ ਹੋਣਾ ਨਿਊਜ਼ੀਲੈਂਡ ਦੇ ਵਿੱਚ, ਉਹਨਾਂ ਨੂੰ ਡਰ। ਇੱਥੇ ਸਾਡੇ ਕੇ ਸੈਕਰਾਮੈਂਟੋ ਬੀਚ ਨਿਊਜ਼ ਲਵਾਉਂਦੇ ਆ, ਸਿਲੰਡਰ ਬਰਾੜਸ਼ਾਹ ਗੁਰਦੁਆਰੇ ਪਾਟਾ ਹੁੰਦਾ ਕਿ ਮੇਰਾ ਹਾਰਟ ਪਾਉਂਡ ਕਰਨ ਲੱਗ ਪਿਆ। ਮੇਰੇ ਸਾਹਮਣੇ ਇੰਡੀਅਨ ਸਰਕਾਰ ਦੀ ਮੇਰੇ ਅੱਖਾਂ ਦੇ ਵਿੱਚ ਮੇਰੇ ਮੂਰਤ ਪੰਮ। ਹਰੇਕ ਵਾਰੀ ਸ਼ੇਰ ਆ ਗਿਆ ਨਾ ਕਰੋ, ਇਹ ਤੁਹਾਨੂੰ ਸਾਹਮਣੇ ਆ, ਸ਼ੇਰ ਆ ਗਿਆ ਕਰਕੇ ਕਿਤੇ ਇਹ ਗੱਲ ਨਾ ਕਰ ਲਿਓ ਕਿ ਜਿਹੜੀ ਤੁਹਾਡੀ ਕ੍ਰੈਡੀਬਿਲਿਟੀ ਬਣੀ ਉਹਨੂੰ ਜ਼ੀਰੋ ਨਾ ਕਰ ਲਿਆ ਕਿ ਮੇਰੇ ਵੀ ਗੋਲੀ ਵੱਜਣੀਆਂ। ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਸਿਰ ਜੋੜ ਕੇ ਕੌਮ ਦੇ ਨਾਲ ਖੜੇ ਹੋਈਏ। ਆਜ਼ਾਦੀ ਦੀ ਲੋੜ ਹੈ ਤੇ ਤੁਹਾਡੇ ਲਈ ਆਜ਼ਾਦੀ ਜਿਹੜੀ ਸਿੱਖ ਫॉर ਜਸਟਿਸ ਹੈ, ਤੁਹਾਡੇ ਸਾਥ ਦੇ ਨਾਲ ਤੁਹਾਡੇ ਦਰਵਾਜ਼ੇ ਤੇ ਲਿਆਈ ਹੈ। ਜਿਹੜੀਆਂ ਅਗਲੀਆਂ ਵੋਟਾਂ ਨੇ ਮਾਰਚ ਮਹੀਨੇ 2025 ਦੇ ਵਿੱਚ ਉਹ ਲਾਸ ਐਂਜਲਸ ਦੇ ਵਿੱਚ ਪੈਣੀਆਂ ਨੇ, ਉੱਥੇ ਅਸੀਂ ਟੈਕਲ ਕਰਾਂਗੇ ਹਿੰਦੂ ਹਕੂਮਤ ਨੂੰ, ਉੱਥੇ ਅਸੀਂ ਟੈਕਲ ਕਰਾਂਗੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ, ਜਿਹੜੀ ਕਹਿੰਦੀ ਹੈ ਕਿ ਗੁਰੂ ਘਰਾਂ ਦੇ ਡੱਕ ਵਿਕਦਾ ਤੇ ਗੁਰੂ ਘਰਾਂ ਦੇ ਹਥਿਆਰ ਵਿਕਦੇ ਨੇ। ਉੱਥੇ ਇਹਨਾਂ ਨੂੰ ਦੱਸਾਂਗੇ ਕਿ ਦੱਸੋ ਅੱਜ ਤੁਸੀਂ ਆਪਣੇ ਘਰਾਂ 'ਚ ਹਥਿਆਰ ਵੇਚ ਕੇ ਸਾਡੇ ਯੋਧਿਆਂ ਨੂੰ ਬਾਹਰ ਟੱਕਰਾਂ ਮਾਰਨਾ ਆ ਕਿ ਸਿੱਖ ਕੌਮ ਦੇ ਗੁਰਦੁਆਰਿਆਂ ਵਿੱਚ ਹਥਿਆਰ ਵਿਕਦੇ ਨੇ। ਅੱਜ ਘਰਾਂ ਨੂੰ ਲੈ ਕੇ ਜਾਣਾ, ਕੱਲੀਆਂ ਜਲੇਬੀਆਂ ਨਹੀਂ ਖਾ ਕੇ ਜਾਣੀਆਂ ਇੱਥੋਂ। ਅੱਜ ਆਪਾਂ ਸਾਰੇ ਪ੍ਰੋਮਿਸ ਕਰੀਏ, ਬਾਈਕਾਟ ਕਰੋ ਇੰਡੀਆ ਦੇ ਹਰ ਇੱਕ ਬਣੇ ਉਸ ਪ੍ਰੋਡਕਟ ਦਾ, ਬਾਈਕਾਟ ਕਰੋ 에ਅਰ ਇੰਡੀਆ ਦਾ। ਅੱਜ ਵੀ ਸਾਡੀਆਂ ਅੱਖਾਂ ਤੇ ਭੁਲੇਖਾ ਆ ਤੇ ਅਸੀਂ ਬੜੇ ਗਲਤ ਭੁਲੇਖੇ, ਬੜੀ ਗਲਤ ਫਹਿਮੀ ਦੇ ਵਿੱਚ ਬੈਠੇ ਆ। ਅੱਜ ਕਰਮ ਦਾ ਚੁੱਕ ਹੈ ਤੇ ਕਰਮ ਦਾ ਤਰੀਕਾ ਲਿਆ ਕੇ ਤੁਹਾਡੇ ਮੋਹਰੇ ਸਿੱਟੇ। ਅੱਜ ਉਹ ਦਿਨ ਹੈ ਜਦੋਂ ਸਿੱਖ ਫॉर ਜਸਟਿਸ ਦੇ ਨਾਲ ਤੁਹਾਡਾ ਸਿੱਖ ਸੰਗਤ ਦਾ ਦੁਨੀਆ ਦੇ ਵਿੱਚ ਮੁੱਲ ਪੈ ਰਿਹਾ। ਤੁਹਾਡੀਆਂ ਗੱਲਾਂ ਪੰਜਾਬ ਦੇ ਸੱਥਾਂ 'ਚ ਨਹੀਂ, ਅਮਰੀਕਾ ਦੇ ਸੱਥਾਂ 'ਚ ਨਹੀਂ, ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ, ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਹੁੰਦੀਆਂ ਨੇ। ਉਹਦੇ ਪਿੱਛੇ ਮੇਰੇ ਵੀਰ ਹਰਦੀਪ ਸਿੰਘ ਦਾ ਡੁੱਲੇ ਖੂਨ ਦਾ ਰੰਗ ਉਹ ਕੰਮ ਕਰ ਰਿਹਾ। ਉਹਦੇ ਪਿੱਛੇ ਗੁਰਪਤਵੰਤ ਸਿੰਘ ਪੰਨੂ ਜਿਹੜਾ ਇੱਕ ਉਹ ਜ਼ਿੰਦਗੀ ਜੀ ਰਿਹਾ, 2 ਸਾਲ ਇੱਕ ਕਮਰੇ ਦੇ ਵਿੱਚ ਬੰਦ ਸਿਕਿਉਰਿਟੀ ਨੂੰ ਜੇ ਕਿਸੇ ਨੇ ਮਿਲਣ ਵੀ ਜਾਣਾ ਹੁੰਦਾ, ਆਹ ਸਾਡਾ ਵੀਰ ਉਹਦੇ ਨਾਲ ਰਹਿੰਦਾ, ਕਿਤੇ ਚਾਹ ਲੈਣ ਬਾਹਰ ਚੱਲ ਜਾਵੇ 5 ਵਾਰ ਇਹਨੂੰ ਸਕੈਨ ਕਰਕੇ ਫੇਰ ਜਾਣ ਦਿੰਦੇ ਆ। ਉਹ ਜ਼ਿੰਦਗੀ ਜਿਹੜੀ ਜੀ ਰਿਹਾ ਸਾਡਾ ਯੋਧਾ, ਅਸੀਂ ਕਿਸੇ ਦੇ ਧੌਂਸ ਨਹੀਂ ਜਮਾਉਂਦੇ, ਪਰ ਹਾਂ ਉਸ ਯੋਧੇ ਦੀ ਜਿਹੜੀ ਮਿਹਨਤ ਸੀ, ਉਹਦੀ ਜਿਹੜੀ ਕੁਰਬਾਨੀ ਸੀ, ਅੱਜ ਰੰਗ ਲਿਆ। ਸੋ ਇੰਨੀਆਂ ਕੁ ਬੇਨਤੀਆਂ ਖਾਲਸਾ ਜੀ, ਆਜ਼ਾਦੀ ਤੁਹਾਡੇ ਦਰਵਾਜ਼ੇ ਤੇ ਖੜੀ ਹੈ।
ਹੁਣ ਅਸੀਂ ਕੀ ਕਰਨਾ, ਇਹ ਸਿੱਖ ਸੰਗਤ ਨੇ ਸੋਚਣਾ। ਸਾਡੇ ਵਰਗੇ ਸਾਰੇ ਲੰਬੜਦਾਰਾਂ ਨੂੰ ਪਰੇ ਕਰ ਦਿਓ। ਅੱਜ ਤੁਹਾਨੂੰ ਜਾਗਣ ਦੀ ਲੋੜ ਹੈ, ਤੁਹਾਨੂੰ ਕਿਸੇ ਲੰਬੜਦਾਰ ਦੀ ਲੋੜ ਨਹੀਂ। ਤੁਸੀਂ ਉੱਠ ਕੇ ਇੱਕ ਵੋਟ ਜਿਹੜੀ ਤੁਹਾਡੀ ਕੰਮ ਕਰਦੀ ਆ, ਤੁਹਾਡੇ ਲੀਡਰ ਦੀ ਗੁਰਪਤਵੰਤ ਸਿੰਘ ਪੰਨੂ ਦੀ ਵੀ ਇੱਕ ਵੋਟ ਹੈ, ਤੇ ਸੰਘ 'ਚ ਬੈਠੇ ਹਰ ਇੱਕ ਸੱਜਣ ਦੀ ਜਿਹੜੀ ਇੱਕ ਵੋਟ ਹੈ। ਇੰਡੀਆ ਦੇ ਹਿੱਕ ਤੇ ਇਸ ਵੇਲੇ ਗੋਲੀਬਾਜ਼ ਵੱਜਣ ਦੀ। ਇਸ ਤੋਂ ਉਪਰੰਤ ਮੈਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਵੀਰਾਂ ਦਾ। ਸਟੇਜਾਂ ਬਹੁਤ ਲੱਗਦੀਆਂ ਨੇ, ਤੱਤ ਨਹੀਂ ਕੋ ਕੱਢ ਸਕਦੇ। ਅਜੈਬ ਸਿੰਘ ਜੈਬੀ ਸਾਡਾ ਵੀਰ ਪਿੱਛੇ ਖੜਾ, ਸਰਬਜੀਤ ਸਿੰਘ ਸੱਭਾ ਦਿਹਾੜਾ ਸਾਡੇ ਕੋਲ ਬੈਠਾ, ਸਰਬਜੀਤ ਸਿੰਘ ਢਡਵਾਲ ਸਾਹਿਬ ਵੀ ਸਾਡੇ ਕੋਲ ਬੈਠਾ। ਇਹਨਾਂ ਸੱਜਣਾਂ ਦੀ ਅਣਥੱਕ ਮਿਹਨਤ ਨਾਲ ਜਿਹੜਾ ਸਾਨੂੰ ਥੈਂ ਦਿੱਤਾ ਗਿਆ, ਉਹ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਤੇ ਬਾਕੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇੱਥੇ ਅਕਾਲ ਤਖਤ ਵਾਂਗ ਜਿਹੜੇ ਮਤੇ ਚੱਲਦੇ ਆਪਣੇ ਕੋਲੋਂ ਪਾ ਕੇ ਨਾ ਕਿਸੇ ਤੇ ਥੋਪ ਦਿਆ ਕਰੋ। ਜੇ ਕੋਈ ਆਜ਼ਾਦੀ ਦੇ ਰਾਹ ਤੇ ਤੁਰਿਆ, ਆਓ ਉਹਦੇ ਰਾਹ ਦਾ ਰੋੜਾ ਨਾ ਬਣੀਏ। ਅੱਜ ਸਿੱਖ ਕੌਮ ਸਾਰੀ ਤੁਰ ਪਈ ਆ, ਤੁਸੀਂ ਧੰਨਵਾਦੀ ਆ, ਤੁਸੀਂ ਵਧਾਈਆਂ ਦੇ ਪਾਤਰ ਆ ਅੱਜ। ਪਰ ਇਹ ਆ ਕਿ ਆਓ ਰਲ ਮਿਲ ਕੇ ਸਾਰੇ ਹੰਬੜਾ ਮਾਰੀਏ। ਉਹ ਦਿਨ ਦੂਰ ਨਹੀਂ ਕਿ ਜਿਹੜੀ ਆਜ਼ਾਦੀ ਤੁਹਾਡਾ ਇੱਕ ਆਪਣਾ ਦੇਸ਼ ਹੋਵੇਗਾ, ਤੁਸੀਂ ਇੱਕ ਆਜ਼ਾਦ ਮੁਲਕ ਦੇ ਵਿੱਚੋਂ ਸਾਰੀ ਦੁਨੀਆ ਦੇ ਵਿੱਚ ਉੱਭਰੋਗੇ, ਤੇ ਉਹ ਮੁਲਕ ਹੋਵੇਗਾ ਜਿੱਥੇ ਤੁਸੀਂ ਉਸ ਕੌਮ ਨੂੰ ਜਿਹੜੇ ਟਕੇ ਦੇ ਸਾਨੂੰ ਵੀ ਟੱਚਰਾਂ ਕਰਦੇ ਨੇ ਡੰਡੇ ਨਾਲ ਕੰਮ ਕਰਾਇਆ ਕਰੋਗੇ। ਇੰਨੀਆਂ ਕੁ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।